ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮੋਟੀਵੇਟਡ ਐਵਰੀਡੇ ਦੇ ਵਿੱਚ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਬੀਬੀ ਭਾਨੀ ਜੀ ਨੂੰ ਵਰਦਾਨ ਮਿਲਣਾ। ਸ਼੍ਰੀ ਗੁਰੂ ਅਮਰਦਾਸ ਜੀ ਨਿੱਤਾ ਪ੍ਰਤੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਇੱਕ ਚੌਂਕੀ ਉੱਤੇ ਆਪਣੇ ਸਰੂਪ ਦਾ ਧਿਆਨ ਧਰ ਕੇ ਸਮਾਧੀ ਲਾ ਕੇ ਬੈਠਦੇ ਸਨ। ਇੱਕ ਦਿਨ ਜਦ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਬੀਬੀ ਭਾਨੀ ਜੀ ਆਏ ਤਾਂ ਉਹਨਾਂ ਨੇ ਵੇਖਿਆ ਕਿ ਜਿਸ ਚੌਂਕੀ ਉੱਤੇ ਪਿਤਾ ਗੁਰੂ ਜੀ ਅੱਖਾਂ ਮੀਟ ਕੇ ਆਪਣੇ ਧਿਆਨ ਵਿੱਚ ਬੈਠੇ ਹਨ, ਉਸ ਦਾ ਇੱਕ ਪਾਵਾ ਟੁੱਟਾ ਹੋਇਆ ਹੈ। ਪਾਵਾ ਟੁੱਟਾ ਹੋਇਆ ਵੇਖ ਕੇ ਬੀਬੀ ਭਾਨੀ ਜੀ ਨੇ ਵਿਚਾਰਿਆ ਕਿ ਪਿਤਾ ਜੀ ਜਦ ਇੱਕ ਪਾਸੇ ਨੂੰ ਹੋਣਗੇ ਤਾਂ ਚੌਂਕੀ ਹਿੱਲ ਜਾਏਗੀ ਤੇ ਆਪ ਜੀ ਦੀ ਸਮਾਧੀ, ਜਿਸ ਨੂੰ ਲਾਉਣ ਵਾਸਤੇ ਜੋਗੀ ਯਤਨ ਕਰਦੇ ਹਨ, ਟੁੱਟ ਜਾਵੇਗੀ। ਇਹ ਵਿਚਾਰ ਕਰਕੇ ਬੀਬੀ ਜੀ ਨੂੰ ਆਸ-ਪਾਸ ਹੋਰ ਕੋਈ ਚੀਜ਼ ਪਾਵੇ ਹੇਠ ਰੱਖਣ ਵਾਸਤੇ ਨਾ ਲੱਭੀ ਤਾਂ ਆਪ ਜੀ ਨੇ ਛੇਤੀ ਨਾਲ ਆਪਣਾ ਹੱਥ ਪਾਵੇ ਹੇਠ ਦੇ ਦਿੱਤਾ। ਉਪਰੰਤ ਜਦ ਗੁਰੂ ਜੀ ਨੇ ਸਮਾਧੀ ਤੋਂ ਉਥਾਨ ਹੋ ਕੇ ਬੀਬੀ ਜੀ ਨੂੰ ਆਪਣੇ ਪਾਸ ਬੈਠੇ ਵੇਖਿਆ, ਉਸ ਦੀ ਬਾਂਹ ਦੀਆਂ ਨਾੜਾਂ ਫੁੱਲੀਆਂ ਹੋਈਆਂ ਵੇਖ ਕੇ ਪੁੱਛਿਆ, ਬੀਬੀ ਇਹ ਤੂੰ ਕੀ ਕੀਤਾ ਹੈ? ਤੂੰ ਕਿਉਂ ਬੈਠ ਰਹੀ? ਤੇਰੀ ਬਾਂਹ ਨੂੰ ਬਹੁਤ ਪੀੜ ਹੋ ਰਹੀ ਜਾਪਦੀ ਹੈ। ਪਿਤਾ ਗੁਰੂ ਜੀ ਦੇ ਪਿਆਰ ਵਾਲੇ ਵਚਨ ਸੁਣ ਕੇ ਬੀਬੀ ਜੀ ਨੇ ਕਿਹਾ, ਪਿਤਾ ਜੀ, ਤੁਹਾਡੀ ਚੌਂਕੀ ਦਾ ਇੱਕ ਪਾਵਾ ਟੁੱਟਾ ਹੋਇਆ ਸੀ ਤੇ ਹੋਰ ਕੋਈ ਚੀਜ਼ ਇਸ ਦੇ ਹੇਠਾਂ ਦੇਣ ਵਾਸਤੇ ਮੈਨੂੰ ਛੇਤੀ ਨਾਲ ਨਹੀਂ ਸੀ ਮਿਲੀ, ਇਸ ਕਰਕੇ ਹੀ ਮੈਂ ਆਪਣਾ ਹੱਥ ਹੀ ਇਸ ਦੇ ਹੇਠਾਂ ਦੇ ਦਿੱਤਾ ਸੀ। ਮਤਾ ਚੌਂਕੀ ਦੇ ਡੋਲਣ ਨਾਲ ਤੁਹਾਡੀ ਸਮਾਧੀ ਟੁੱਟ ਜਾਂਦੀ। ਤਦ ਗੁਰੂ ਜੀ ਨੇ ਬੀਬੀ ਜੀ ਦਾ ਹੱਥ ਫੜ ਕੇ ਕਿਹਾ, ਬੀਬੀ ਤੂੰ ਇੰਨਾ ਦੁੱਖ ਕਿਉਂ ਸਹਾਰਿਆ? ਬੀਬੀ ਜੀ ਨੇ ਕਿਹਾ, ਪਿਤਾ ਜੀ ਆਪ ਪਰਮੇਸ਼ਵਰ ਸਰੂਪ ਹੋ। ਹੱਥ ਪੈਰ ਤੇ ਸਰੀਰ ਉਹੀ ਸਫਲ ਹੈ ਜਿਹੜਾ ਆਪ ਜੀ ਦੀ ਸੇਵਾ ਵਿੱਚ ਲੱਗਦਾ ਹੈ ਅਤੇ ਜਿਸ ਦੇ ਹਿਰਦੇ ਵਿੱਚ ਤੁਸੀਂ ਵਸਦੇ ਹੋ, ਉਹ ਹਿਰਦਾ ਸਫਲ ਹੈ। ਬੀਬੀ ਜੀ ਦੇ ਇਹ ਸ਼ਰਧਾ ਪੂਰਵਕ ਬਚਨ ਸੁਣ ਕੇ ਅਤੇ ਬਾਂਹ ਦੀ ਤਕਲੀਫ ਸਹਾਰੀ ਨੂੰ ਵੇਖ ਕੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ, ਬੀਬੀ ਸੰਸਾਰ ਵਿੱਚ ਤੇਰੀ ਸੰਤਾਨ ਬਹੁਤ ਵਧੇਗੀ, ਜਿਸ ਨੂੰ ਸਾਰਾ ਜਗਤ ਪੂਜੇਗਾ। ਪਿਤਾ ਗੁਰੂ ਜੀ ਪਾਸੋਂ ਇਹ ਵਰ ਲੈ ਕੇ ਬੀਬੀ ਜੀ ਬੜੇ ਪ੍ਰਸੰਨ ਚਿੱਤ ਆਪਣੇ ਨਿਵਾਸ ਨੂੰ ਚਲੇ ਗਏ। ਜਦ ਬਉਲੀ ਸਾਹਿਬ ਦੀ ਕਾਰ ਸੇਵਾ ਹੋ ਰਹੀ ਸੀ ਤਾਂ ਸਭ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਸੇਵਾ ਕੀਤੀ। ਸੰਗਤਾਂ ਦੇ ਨਾਲ ਸ਼੍ਰੀ ਜੇਠਾ ਜੀ ਅਤੇ ਰਾਮਾ ਜੀ, ਗੁਰੂ ਜੀ ਦੇ ਦੋਹਾਂ ਜਵਾਈਆਂ ਨੇ ਵੀ ਬੜੇ ਉਤਸ਼ਾਹ ਤੇ ਪ੍ਰੇਮ ਨਾਲ ਹਰ ਪ੍ਰਕਾਰ ਸੇਵਾ ਵਿੱਚ ਹਿੱਸਾ ਲਿਆ। ਦੋਵੇਂ ਹੀ ਗੁਰੂ ਸਾਹਿਬ ਜੀ ਉੱਪਰ ਬੜੀ ਸ਼ਰਧਾ ਰੱਖਦੇ ਸਨ ਅਤੇ ਸਦਾ ਆਗਿਆ ਵਿੱਚ ਰਹਿੰਦੇ ਸਨ। ਹੋਰ ਸਾਰੇ ਸੇਵਾਦਾਰ ਤੇ ਸਿੱਖ ਜਦ ਸੰਧਿਆ ਸਮੇਂ ਸੇਵਾ ਤੋਂ ਹਟ ਜਾਂਦੇ ਸਨ ਤਾਂ ਇਹ ਦੋਵੇਂ ਕਹੀਆਂ ਟੋਕਰੀਆਂ ਇਕੱਠੀਆਂ ਕਰਕੇ ਰੱਖਦੇ ਅਤੇ ਸਵੇਰੇ ਕੰਮ 'ਤੇ ਲੱਗਣ ਸਮੇਂ ਸੇਵਾਦਾਰਾਂ ਨੂੰ ਵੰਡ ਦਿੰਦੇ। ਗੁਰੂ ਜੀ ਦੋਹਾਂ ਨਾਲ ਪਿਆਰ ਕਰਦੇ ਸਨ ਅਤੇ ਦੋਹਾਂ ਨੂੰ ਚੰਗਾ ਜਾਣਦੇ ਸਨ। ਇਸ ਤਰ੍ਹਾਂ ਦੋਹਾਂ ਨੂੰ ਇਕਸਾਰ ਕੰਮ ਕਰਦਿਆਂ ਅਤੇ ਗੁਰੂ ਜੀ ਦਾ ਦੋਹਾਂ ਨਾਲ ਪਿਆਰ ਵੇਖ ਕੇ ਸਿੱਖ ਆਪਸ ਵਿੱਚ ਗੱਲਾਂ ਕਰਦੇ ਸਨ। ਕਈ ਕਹਿੰਦੇ ਸਨ ਕਿ ਰਾਮ ਗੱਦੀ ਦਾ ਟਿੱਕਾ ਹੋਵੇਗਾ ਅਤੇ ਕਈ ਆਖਦੇ ਸਨ ਕਿ ਸ਼੍ਰੀ ਜੇਠਾ ਜੀ ਨੂੰ ਗੱਦੀ 'ਤੇ ਬੈਠਣਗੇ। ਸ਼੍ਰੀ ਜੇਠਾ ਜੀ ਦੇ ਹਿਰਦੇ ਵਿੱਚ ਗਰੀਬੀ ਬਹੁਤ ਹੈ ਅਤੇ ਇਹ ਆਪਾ ਕਦੀ ਨਹੀਂ ਜਤਾਉਂਦੇ। ਰਾਤ ਦਿਨ ਸੇਵਾ ਵਿੱਚ ਹੀ ਲੱਗੇ ਰਹਿੰਦੇ ਹਨ। ਇੱਕ ਦਿਨ ਕੁਝ ਪ੍ਰੇਮੀ ਸਿੱਖਾਂ ਨੇ ਗੁਰੂ ਜੀ ਪਾਸ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ, ਆਪ ਜੀ ਦਾ ਸਭ ਸਿੱਖ ਸੇਵਕਾਂ ਨਾਲ ਪਿਆਰ ਹੈ ਅਤੇ ਆਪ ਸੇਵਕਾਂ ਦੇ ਅਨੁਸਾਰੀ ਰਹਿੰਦੇ ਹੋ। ਕਿਰਪਾ ਕਰਕੇ ਸਾਡਾ ਇਹ ਸੰਸਾ ਨਿਵਰਤ ਕਰੋ ਕਿ ਆਪ ਜੀ ਆਪਣੇ ਸਪੁੱਤਰਾਂ ਮੋਹਨ ਜੀ ਤੇ ਮੋਹਰੀ ਜੀ ਅਤੇ ਸ਼੍ਰੀ ਰਾਮਦਾਸ ਜੀ ਤੇ ਰਾਮ ਜੀ ਅਥਵਾ ਭਾਈ ਬੁੱਢਾ ਜੀ ਤੇ ਪਾਰੋ ਆਦਿ ਸਿੱਖਾਂ ਵਿੱਚੋਂ ਕਿਸ ਨੂੰ ਗੁਰਗੱਦੀ ਦੇ ਯੋਗ ਸਮਝ ਕੇ ਕਿਰਪਾ ਦ੍ਰਿਸ਼ਟੀ ਕਰੋਗੇ। ਜਿਵੇਂ ਗੁਰੂ ਨਾਨਕ ਜੀ ਨੇ ਤੇ ਗੁਰੂ ਅੰਗਦ ਜੀ ਨੇ ਆਪਣੇ ਸਪੁੱਤਰਾਂ ਨੂੰ ਛੱਡ ਕੇ ਆਪਣੇ ਅਨਿਨ ਸੇਵਕਾਂ ਨੂੰ ਗੱਦੀ ਦੀ ਬਖਸ਼ਿਸ਼ ਕੀਤੀ ਸੀ, ਤਿਵੇਂ ਆਪ ਕਿਸ ਨੂੰ ਇਸ ਪਦਵੀ ਦੀ ਬਖਸ਼ਿਸ਼ ਕਰੋਗੇ। ਆਪਣੇ ਦਾਸਾਂ ਨੂੰ ਸੁੱਖ ਦੇਣ ਵਾਲੇ ਅਤੇ
ਆਪਣੇ ਬਾਣੇ ਦੀ ਲਾਜ ਰੱਖਣ ਵਾਲੇ ਸਤਿਗੁਰੂ ਜੀ ਨੇ ਕਿਹਾ, ਭਾਈ ਸਿੱਖੋ, ਸੰਸਾਰ ਵਿੱਚ ਕਈ ਪੁਰਸ਼ ਨੇਮੀ ਹਨ ਅਤੇ ਕਈ ਪ੍ਰੇਮੀ ਹਨ, ਪਰੰਤੂ ਜਿਹੜੇ ਪੁਰਸ਼ ਰਾਤ ਦਿਨ ਪ੍ਰੇਮ ਵਿੱਚ ਲੀਨ ਰਹਿੰਦੇ ਹਨ, ਪਰਮੇਸ਼ਵਰ ਉਹਨਾਂ 'ਤੇ ਪ੍ਰਸੰਨ ਰਹਿੰਦਾ ਹੈ। ਪ੍ਰੇਮ ਤੋਂ ਬਿਨਾਂ ਸੇਵਾ ਸਿਮਰਨ ਦਾ ਫਲ ਥੋੜ੍ਹਾ ਹੁੰਦਾ ਹੈ। ਇਸ ਦੀ ਪਰਖ ਕਰਕੇ ਤੁਹਾਨੂੰ ਅਸੀਂ ਛੇਤੀ ਹੀ ਦੱਸ ਦਿਆਂਗੇ। ਇਸ ਗੱਲ ਨੂੰ ਜਦ ਕੁਝ ਦਿਨ ਬੀਤ ਗਏ ਤਾਂ ਇੱਕ ਦਿਨ ਗੁਰੂ ਜੀ ਨੇ ਸੁਭਾਵਕ ਹੀ ਸ਼੍ਰੀ ਜੇਠਾ ਜੀ ਤੇ ਰਾਮਾ ਜੀ ਨੂੰ ਸੱਦਾ ਭੇਜਿਆ। ਦੋਹਾਂ ਨੇ ਆਪਣੇ ਸਤਿਗੁਰੂ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ ਅਤੇ ਆਗਿਆ ਪੁੱਛੀ ਤਾਂ ਗੁਰੂ ਜੀ ਹੱਥ ਵਿੱਚ ਸੋਟੀ ਫੜ ਕੇ ਤੁਰ ਪਏ ਅਤੇ ਦੋਹਾਂ ਨੂੰ ਆਪਣੇ ਨਾਲ ਬਾਉਲੀ ਦੇ ਪਾਸ ਲੈ ਗਏ। ਇੱਕ ਦਿਨ ਬਾਉਲੀ ਦੇ ਇੱਕ ਪਾਸੇ ਤੇ ਦੂਜੇ ਪਾਸੇ ਨੂੰ ਬਾਉਲੀ ਦੇ ਦੂਜੇ ਪਾਸੇ ਸੋਟੀ ਨਾਲ ਲਕੀਰਾਂ ਕੱਢ ਕੇ ਸਮਝਾਇਆ ਕਿ ਇੱਥੇ ਸਾਡੇ ਸਵੇਰੇ ਤੇ ਸ਼ਾਮ ਬੈਠਣ ਵਾਸਤੇ ਥੜੇ ਬਣਾਓ। ਇਹ ਆਗਿਆ ਕਰਕੇ ਗੁਰੂ ਜੀ ਆਪਣੇ ਆਸਣ ਉੱਤੇ ਆਣ ਵਿਰਾਜੇ। ਉਪਰੰਤ ਸ਼੍ਰੀ ਜੇਠਾ ਅਤੇ ਰਾਮਾ ਜੀ ਤਿਆਰੀ ਕਰਕੇ ਆਪੋ ਆਪਣੇ ਥੜੇ ਬਣਾਉਣ ਲੱਗ ਪਏ ਅਤੇ ਸੰਧਿਆ ਤੱਕ ਤਿਆਰ ਕਰਕੇ ਗੁਰੂ ਜੀ ਨੂੰ ਦੱਸਿਆ ਕਿ ਮਹਾਰਾਜ ਥੜੇ ਤਿਆਰ ਹੋ ਗਏ ਹਨ, ਵੇਖ ਲਵੋ। ਦੂਸਰੇ ਦਿਨ ਸਵੇਰੇ ਜਦ ਗੁਰੂ ਜੀ ਪਹਿਲਾਂ ਰਾਮੇ ਦਾ ਥੜਾ ਵੇਖਿਆ ਤਾਂ ਕਿਹਾ, ਇਹ ਠੀਕ ਨਹੀਂ ਬਣਿਆ, ਇਸ ਨੂੰ ਢਾਹ ਕੇ ਫੇਰ ਬਣਾਓ, ਇਹ ਸਾਡੀ ਮਨਮਰਜ਼ੀ ਦਾ ਨਹੀਂ ਹੈ। ਰਾਮੇ ਨੇ ਕਿਹਾ, ਮਹਾਰਾਜ ਜਿਸ ਤਰ੍ਹਾਂ ਆਪ ਦੱਸ ਗਏ ਸੀ ਮੈਂ ਥੜਾ ਉਸੇ ਤਰ੍ਹਾਂ ਹੀ ਬਣਾਇਆ ਹੈ, ਇਸ ਵਿੱਚ ਕੋਈ ਨੁਕਸ ਨਹੀਂ ਹੈ, ਆਪ ਜੀ ਦੇ ਬੈਠਣ ਦੇ ਯੋਗ ਹੈ। ਇਸ ਤਰ੍ਹਾਂ ਇਸਨੇ ਬਹੁਤ ਅੜਫੜ ਕੀਤੀ ਪਰ ਗੁਰੂ ਜੀ ਨੇ ਇਸ ਦਾ ਥੜਾ ਢਹਾ ਦਿੱਤਾ। ਉਪਰੰਤ ਗੁਰੂ ਜੀ ਨੇ ਸ਼੍ਰੀ ਜੇਠਾ ਜੀ ਦਾ ਥੜਾ ਵੇਖ ਕੇ ਉਸਨੂੰ ਵੀ ਕਿਹਾ ਕਿ ਇਹ ਚੰਗਾ ਨਹੀਂ ਬਣਿਆ, ਇਸ ਨੂੰ ਢਾਹ ਕੇ ਹੋਰ ਬਣਾਓ। ਤਦ ਆਪ ਜੀ ਨੇ ਕਿਹਾ, ਮਹਾਰਾਜ ਮੇਰੀ ਮੱਤ ਥੋੜ੍ਹੀ ਹੈ, ਮੈਂ ਆਪ ਜੀ ਦਾ ਕਹਿਣ ਸਮਝ ਨਹੀਂ ਸਕਿਆ, ਮੇਰੀ ਭੁੱਲ ਬਖਸ਼ ਦਿਓ। ਇਹੀ ਆਖ ਕੇ ਜੇਠਾ ਜੀ ਨੇ ਆਪਣਾ ਥੜਾ ਗੁਰੂ ਜੀ ਦੇ ਸਾਹਮਣੇ ਢਾਹ ਦਿੱਤਾ। ਗੁਰੂ ਜੀ ਨੇ ਫਿਰ ਦੋਹਾਂ ਰਾਮੇ ਅਤੇ ਜੇਠੇ ਨੂੰ ਸੋਟੀ ਨਾਲ ਸਮਝਾ ਕੇ ਆਖਿਆ ਕਿ ਹੁਣ ਚੰਗੀ ਤਰ੍ਹਾਂ ਬਣਾਉਣੇ, ਫਿਰ ਗਲਤੀ ਨਾ ਕਰਨਾ। ਇਹ ਬਚਨ ਕਰਕੇ ਗੁਰੂ ਜੀ ਆਪਣੇ ਨਿਵਾਸ ਸਥਾਨ ਨੂੰ ਚਲੇ ਗਏ। ਜਦ ਦੂਸਰੇ ਦਿਨ ਫਿਰ ਦੋਹਾਂ ਨੇ ਥੜੇ ਬਣਾ ਕੇ ਗੁਰੂ ਜੀ ਨੂੰ ਵਿਖਾਏ ਤਾਂ ਆਪ ਜੀ ਫਿਰ ਦੋਹਾਂ ਥੜਿਆਂ ਨੂੰ ਵੇਖ ਕੇ ਆਖਿਆ ਕਿ ਇਹ ਚੰਗੇ ਨਹੀਂ ਬਣੇ, ਇਹਨਾਂ ਨੂੰ ਢਾਹ ਦਿਓ। ਆਪ ਜੀ ਦਾ ਇਹ ਬਚਨ ਸੁਣ ਕੇ ਰਾਮੇ ਨੇ ਕਿਹਾ, ਮਹਾਰਾਜ ਮੇਰਾ ਥੜਾ ਬਹੁਤ ਚੰਗਾ ਬਣਿਆ ਹੈ, ਭਾਵੇਂ ਕਿਸੇ ਨੂੰ ਪੁੱਛ ਲਵੋ। ਪਰ ਸ਼੍ਰੀ ਜੇਠਾ ਜੀ ਨੇ ਦੀਨ ਹੋ ਕੇ ਕਿਹਾ, ਮਹਾਰਾਜ ਮੇਰੇ ਪਾਸੋਂ ਭੁੱਲ ਹੋ ਗਈ ਹੈ, ਜਿਸ ਤਰ੍ਹਾਂ ਹੁਕਮ ਕਰੋ ਮੈਂ ਥੜਾ ਫੇਰ ਬਣਾ ਦਿੰਦਾ ਹਾਂ। ਇਸ ਤਰ੍ਹਾਂ ਦੋਹਾਂ ਦੇ ਥੜੇ ਢਹਾ ਕੇ ਗੁਰੂ ਜੀ ਫਿਰ ਤੀਸਰੀ ਵਾਰ ਬਣਾਉਣ ਦਾ ਹੁਕਮ ਦੇ ਗਏ। ਅਗਲੇ ਭਲਕ ਫਿਰ ਦੋਵੇਂ ਪ੍ਰੇਮੀ ਆਪੋ ਆਪਣੇ ਥੜੇ ਬਣਾਉਣ ਲੱਗ ਪਏ ਅਤੇ ਤਿਆਰ ਕਰਕੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਆਣ ਕੇ ਥੜੇ ਵੇਖ ਲਵੋ। ਜਦ ਗੁਰੂ ਜੀ ਨੇ ਇਹ ਤੀਸਰੀ ਵਾਰ ਦੇ ਬਣਾਏ ਹੋਏ ਥੜੇ ਵੀ ਪਸੰਦ ਨਾ ਕੀਤੇ ਤਾਂ ਰਾਮੇ ਨੇ ਬੜਬੜਾਉਂਦੇ ਹੋਏ ਕਿਹਾ, ਗੁਰੂ ਜੀ ਠੀਕ ਹੀ 70-72 ਹੋ ਗਏ ਹਨ, ਕਿਉਂਕਿ ਜਿਸ ਤਰ੍ਹਾਂ ਦੱਸ ਜਾਂਦੇ ਹਨ ਉਸ ਤਰ੍ਹਾਂ ਹੀ ਮੈਂ ਬਣਾਉਂਦਾ ਹਾਂ, ਪਰ ਇਹ ਆਪਣੀ ਦੱਸੀ ਹੋਈ ਵਿਉਂਤ ਆਪ ਹੀ ਭੁੱਲ ਜਾਂਦੇ ਹਨ ਅਤੇ ਉਲਟਾ ਮੈਨੂੰ ਹੀ ਝੂਠਿਆਂ ਕਰਕੇ ਥੜਾ ਢਹਾ ਦਿੰਦੇ ਹਨ। ਉਪਰੰਤ ਜਦ ਗੁਰੂ ਜੀ ਨੇ ਜੇਠਾ ਜੀ ਦਾ ਥੜਾ ਵੇਖ ਕੇ ਉਸਨੂੰ ਵੀ ਇਹੀ ਗੱਲ ਆਖੀ ਕਿ ਇਹ ਥੜਾ ਇਸ ਵਾਰੀ ਵੀ ਤੂੰ ਚੰਗਾ ਨਹੀਂ ਬਣਾਇਆ, ਤਾਂ ਜੇਠਾ ਜੀ ਗੁਰੂ ਜੀ ਦੇ ਚਰਨਾਂ 'ਤੇ ਢਹਿ ਪਏ ਅਤੇ ਆਖਿਆ, ਪਾਤਸ਼ਾਹ ਮੈਨੂੰ ਬਖਸ਼ ਲਵੋ, ਮੈਂ ਤੁੱਛ ਬੁੱਧੀ ਵਾਲਾ ਮੂਰਖ ਹਾਂ, ਜੋ ਮੈਂ ਤੁਹਾਡੀ ਇੱਛਾ ਅਨੁਸਾਰ ਥੜਾ ਨਹੀਂ ਬਣਾ ਸਕਿਆ। ਜੇਕਰ ਆਪ ਕਿਰਪਾ ਦ੍ਰਿਸ਼ਟੀ ਕਰਕੇ ਥੜਾ ਬਣਵਾਓਗੇ ਤਾਂ ਬਣ ਜਾਏਗਾ, ਨਹੀਂ ਤਾਂ ਮੇਰੇ ਪਾਸੋਂ ਨਹੀਂ ਬਣ ਸਕੇਗਾ। ਆਪ ਜੀ ਦੇ ਇਹ ਨਿਮਰਤਾ ਅਤੇ ਸ਼ਰਧਾ ਵਾਲੇ ਬਚਨ ਸੁਣ ਕੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਸੰਗਤ ਨੂੰ ਦੱਸਿਆ, ਜੇਠਾ ਜੀ ਦੀ ਸੇਵਾ ਸਾਨੂੰ ਪਸੰਦ ਹੈ, ਇਹ ਕਦੀ ਆਪਾ ਨਹੀਂ ਜਤਾਉਂਦੇ, ਇਹਨੇ ਸਾਨੂੰ ਆਪਣੀ ਨਿਰਮਾਣ ਸੇਵਾ ਨਾਲ ਵਸ ਕਰ ਲਿਆ ਹੈ। ਇਤਿਆਦਿਕ ਪ੍ਰਸ਼ੰਸਾ ਭਰੇ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਸਭ ਸਿੱਖ ਸੇਵਕਾਂ ਦਾ ਸੰਸਾ
ਨਿਵਰਤ ਹੋ ਗਿਆ ਕਿ ਗੁਰੂ ਜੀ ਆਪਣੀ ਬਖਸ਼ਿਸ਼ ਦੀ ਕਿਰਪਾ ਦ੍ਰਿਸ਼ਟੀ ਦੋਹਾਂ ਜੇਠਾ ਜੀ ਤੇ ਰਾਮਾ ਜੀ ਵਿੱਚੋਂ ਕਿਸ ਉੱਪਰ ਕਰਨਗੇ। ਇੱਕ ਵਾਰ ਜਦ ਅਕਬਰ ਬਾਦਸ਼ਾਹ ਦਿੱਲੀ ਤੋਂ ਲਾਹੌਰ ਨੂੰ ਜਾਂਦਾ ਹੋਇਆ ਗੁਰੂ ਸਾਹਿਬ ਦੀ ਮਹਿਮਾ ਸੁਣ ਕੇ ਗੋਇੰਦਵਾਲ ਠਹਿਰਿਆ ਤਾਂ ਗੁਰੂ ਜੀ ਦਾ ਜਾਤ ਪਾਤ ਦੇ ਵਿਤਕਰੇ ਰਹਿਤ ਅਟੁੱਟ ਲੰਗਰ ਚੱਲਦਾ ਵੇਖ ਕੇ ਬਹੁਤ ਪ੍ਰਸੰਨ ਹੋਇਆ। ਲੰਗਰ ਵਾਸਤੇ ਅਕਬਰ ਨੇ ਗੁਰੂ ਜੀ ਨੂੰ ਝੁਬਾਲ ਪਰਗਣੇ ਦੇ 12 ਪਿੰਡਾਂ ਦਾ ਜਾਗੀਰ ਦਾ ਪਟਾ ਲਿਖ ਦਿੱਤਾ ਸੀ। ਇਸ ਜਾਗੀਰ ਦਾ ਪਟਾ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਨੂੰ ਦੇ ਦਿੱਤਾ ਅਤੇ ਇਸ ਦਾ ਮਾਮਲਾ ਇਕੱਠਾ ਕਰਨ ਵਾਸਤੇ ਭਾਈ ਬੁੱਢਾ ਜੀ ਨੂੰ ਨਿਯਤ ਕਰ ਦਿੱਤਾ ਸੀ। ਕੁਝ ਸਮੇਂ ਉਪਰੰਤ ਇੱਕ ਦਿਨ ਸਤਿਗੁਰੂ ਜੀ ਨੇ ਸ੍ਰੀ ਜੇਠਾ ਜੀ ਨੂੰ ਆਪਣੇ ਪਾਸ ਬਿਠਾਲ ਕੇ ਕਿਹਾ, ਹੇ ਸਪੁੱਤਰ, ਹੁਣ ਤੁਸੀਂ ਪਰਿਵਾਰ ਵਾਲੇ ਹੋ ਗਏ ਹੋ, ਜਿਸ ਕਰਕੇ ਆਪਣੇ ਪਰਿਵਾਰ ਦੇ ਰਹਿਣ ਵਾਸਤੇ ਆਪਣਾ ਘਰ-ਬਾਰ ਤੁਹਾਨੂੰ ਵੱਖਰਾ ਬਣਾ ਲੈਣਾ ਚਾਹੀਦਾ ਹੈ। ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਜੀ ਨੂੰ ਖਡੂਰ ਵਿੱਚ ਵਸਾਇਆ ਸੀ ਅਤੇ ਗੁਰੂ ਅੰਗਦ ਸਾਹਿਬ ਜੀ ਨੇ ਸਾਨੂੰ ਗੋਇੰਦਵਾਲ ਨਿਵਾਸ ਕਰਾ ਦਿੱਤਾ ਸੀ, ਇਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੀ ਜਾਗੀਰ ਦੇ ਝੁਬਾਲ ਪਰਗਣੇ ਵਿੱਚ ਕੋਈ ਖੁੱਲ੍ਹੀ ਜਗ੍ਹਾ ਵੇਖ ਕੇ ਉੱਥੇ ਆਪਣਾ ਘਰ-ਬਾਰ ਬਣਾ ਕੇ ਵਸਾ ਲਵੋ। ਆਪ ਜੀ ਦੇ ਇਹ ਬਚਨ ਸੁਣ ਕੇ ਸ੍ਰੀ ਜੇਠਾ ਜੀ ਨੇ ਕਿਹਾ, ਸੱਚੇ ਪਾਤਸ਼ਾਹ ਪਿਤਾ ਜੀ, ਆਪ ਜਿਸ ਜਗ੍ਹਾ ਹੁਕਮ ਕਰੋਗੇ ਮੈਂ ਉੱਥੇ ਹੀ ਜਾ ਕੇ ਆਪਣਾ ਬਸੇਰਾ ਕਰ ਲਵਾਂਗਾ, ਪਰ ਮੇਰੇ ਵਿੱਚ ਚੰਗੀ ਥਾਂ ਲੱਭਣ ਦੀ ਸਮਰੱਥਾ ਤੇ ਬੁੱਧੀ ਨਹੀਂ ਹੈ। ਇਹ ਉੱਤਰ ਸੁਣ ਕੇ ਗੁਰੂ ਜੀ ਬੜੇ ਪ੍ਰਸੰਨ ਹੋਏ ਅਤੇ ਆਪ ਜੀ ਨੇ ਸ੍ਰੀ ਜੇਠਾ ਜੀ ਨੂੰ ਉਸ ਥਾਂ ਦਾ ਪਤਾ ਦਿੱਤਾ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਰਾਮ ਤੀਰਥ ਜਾਂਦੇ ਹੋਏ ਬ੍ਰਿਛਾਂ ਦੀ ਝੁੰਗੀ ਹੇਠਾਂ ਦੁਪਹਿਰ ਕੱਟ ਗਏ ਸਨ ਅਤੇ ਬਚਨ ਕਰ ਗਏ ਸਨ ਕਿ ਇੱਥੇ ਭੋਗ ਮੋਖ ਦਾ ਪ੍ਰਵਾਹ ਚੱਲੇਗਾ। ਗੁਰੂ ਜੀ ਨੇ ਫਰਮਾਇਆ, ਤੁਸੀਂ ਉਸ ਜਗ੍ਹਾ ਜਾ ਕੇ ਪਿੰਡ ਦਾ ਮੋਹੜੀ ਕੱਢ ਕੇ ਆਪਣੇ ਰਹਿਣ ਵਾਸਤੇ ਘਰ ਬਣਾ ਲਵੋ। ਉਪਰੰਤ ਗੁਰੂ ਜੀ ਨੇ ਫਰਮਾਇਆ ਕਿ ਪਿੰਡ ਦੀ ਮੋਹੜੀ ਕੱਢ ਕੇ ਉਸ ਦੀ ਉੱਤਰ ਦਿਸ਼ਾ ਵੱਲ ਸੰਗਤਾਂ ਦੇ ਇਸ਼ਨਾਨ ਆਦਿ ਵਰਤਣ ਵਾਸਤੇ ਇੱਕ ਸੁੰਦਰ ਤਲਾਅ ਵੀ ਲਗਵਾਉਣਾ। ਇਸ ਤਰ੍ਹਾਂ ਸਭ ਕੁਝ ਚੰਗੀ ਤਰ੍ਹਾਂ ਸਮਝਾ ਕੇ ਤਿਆਰੀ ਕਰਵਾ ਕੇ ਭਾਈ ਬੁੱਢਾ ਜੀ ਆਦਿ ਕੁਝ ਸਿਆਣੇ ਸਿੱਖਾਂ ਨੂੰ ਸ੍ਰੀ ਜੇਠਾ ਜੀ ਦੇ ਨਾਲ ਇਸ ਸ਼ੁਭ ਕਾਰਜ ਵਾਸਤੇ ਭੇਜ ਦਿੱਤਾ। ਬਾਬਾ ਬੁੱਢਾ ਜੀ ਨੇ ਝੁਬਾਲ ਆਣ ਕੇ ਆਪਣੀ ਜਾਗੀਰ ਦੇ ਸਿਆਣੇ ਲੋਕਾਂ ਨੂੰ ਸੱਦ ਕੇ ਸ੍ਰੀ ਗੁਰੂ ਅਮਰਦਾਸ ਜੀ ਦਾ ਹੁਕਮ ਸੁਣਾਇਆ ਕਿ ਜੇਠਾ ਜੀ ਨੂੰ ਮੇਰਾ ਹੀ ਰੂਪ ਸਮਝ ਕੇ ਇਹਨਾਂ ਦੀ ਹਰ ਪ੍ਰਕਾਰ ਦੀ ਸੇਵਾ ਕਰਨੀ। ਉਪਰੰਤ ਸਤਿਗੁਰੂ ਜੀ ਦੀਆਂ ਦੱਸੀਆਂ ਹੋਈਆਂ ਨਿਸ਼ਾਨੀਆਂ ਅਨੁਸਾਰ ਜਿਹੜੀ ਜਗ੍ਹਾ ਸੀ ਉਸ ਦੇ ਚੁਫੇਰੇ ਇੱਕ ਪਿੰਡ ਗੁਮਟਾਲਾ, ਤੁੰਗ, ਸੁਲਤਾਨਵਿੰਡ ਅਤੇ ਗਿਲਵਾਲੀ ਦੇ ਮੁਖੀ ਲੋਕਾਂ ਨੂੰ ਸੱਦ ਕੇ 5 ਹਾੜ ਵਿਕਰਮੀ ਨੂੰ ਸੁਲਤਾਨਵਿੰਡ ਦੀ ਜੂਹ ਵਿੱਚ 3 ਗੁਰੂ ਸਾਹਿਬਾਂ ਦੇ ਨਾਮ ਅਮਰਦਾਸ ਕਰਕੇ ਪਿੰਡ ਦੀ ਮੋਹੜੀ ਗੱਡ ਦਿੱਤੀ ਅਤੇ ਨਾਮ ਗੁਰੂ ਕਾ ਚੱਕ ਰੱਖਿਆ। ਉਪਰੰਤ ਭਾਈ ਸਾਲੋ, ਗੁਰਦਾਸ ਆਦਿਕ ਸਿੱਖਾਂ ਨੇ ਸਭ ਲੋੜੀਂਦਾ ਇੱਟ ਵੱਟਾ ਇਕੱਠਾ ਕਰਕੇ ਗੁਰੂ ਜੀ ਦੇ ਪਰਿਵਾਰ ਨਿਵਾਸ ਵਾਸਤੇ ਕੋਠੇ ਤਿਆਰ ਕਰਵਾ ਦਿੱਤੇ ਜੋ ਹੁਣ ਗੁਰੂ ਕੇ ਮਹਿਲ ਕਰਕੇ ਪ੍ਰਸਿੱਧ ਹਨ। ਉਪਰੰਤ ਇਸ ਮੋੜੀ ਵਾਲੇ ਅਸਥਾਨ ਤੋਂ ਉੱਪਰ ਦਿਸ਼ਾ 3-4 ਪੈਲੀਆਂ ਦੀ ਵਿੱਥ ਤੇ ਇੱਕ ਟਾਹਲੀ ਦੇ ਬ੍ਰਿਛ ਦੀ ਨਿਸ਼ਾਨੀ ਆਸ-ਪਾਸ ਆਪ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਆਗਿਆ ਅਨੁਸਾਰ ਤਾਲ ਦੀ ਨੀਂਹ ਦਾ ਟੱਪ ਲਾ ਦਿੱਤਾ। ਗੁਰੂ ਜੀ ਕੇ ਮਹਿਲਾਂ ਦੇ ਕੋਠੇ ਤਿਆਰ ਕਰਕੇ ਫਿਰ ਤਾਲ ਦੀ ਪੁਟਾਈ ਆਰੰਭ ਕਰ ਦਿੱਤੀ। ਆਪ ਜੀ ਇਸ ਟਾਹਲੀ ਦੇ ਬ੍ਰਿਛ ਹੇਠਾਂ ਬੈਠ ਕੇ ਕਾਰ ਸੇਵਾ ਕਰਾਉਂਦੇ ਸਨ। ਸਿੱਖ ਸੇਵਾਦਾਰ ਤੇ ਦਿਹਾੜੀਦਾਰਾਂ ਨੇ ਕੰਮ ਬਹੁਤ ਚਿਰ ਦਾ ਹੋਣ ਕਰਕੇ ਆਪਣੇ ਰਹਿਣ ਵਾਸਤੇ ਵੀ ਕੋਠੇ ਪਾਉਣੇ ਆਰੰਭ ਕਰ ਦਿੱਤੇ, ਜਿਸ ਕਰਕੇ ਗੁਰੂ ਚੱਕ ਦੀ ਰੌਣਕ ਥੋੜ੍ਹੇ ਚਿਰ ਵਿੱਚ ਹੀ ਬਹੁਤ ਵੱਧ ਗਈ ਅਤੇ ਥੋੜ੍ਹੇ ਜਿਹੇ ਘਰਾਂ ਦਾ ਪਿੰਡ ਬੱਝ ਗਿਆ। ਜਿਨ੍ਹਾਂ ਸਿੱਖਾਂ, ਸੇਵਕਾਂ ਤੇ ਦਿਹਾੜੀਦਾਰਾਂ ਵਾਸਤੇ ਸ੍ਰੀ ਜੇਠਾ ਜੀ ਨੇ ਇੱਕ ਗੁਰੂ ਕਾ ਲੰਗਰ ਜਾਰੀ ਕਰ ਦਿੱਤਾ
ਜੋ ਅੱਜ ਤੱਕ ਚੱਲ ਰਿਹਾ ਹੈ ਅਤੇ ਲੰਗਰ ਗੁਰੂ ਰਾਮਦਾਸ ਜੀ ਦੇ ਨਾਮ ਨਾਲ ਪ੍ਰਸਿੱਧ ਹੈ। ਕੁਝ ਸਮੇਂ ਉਪਰੰਤ ਸ਼੍ਰੀ ਜੇਠਾ ਜੀ ਦੇ ਵੱਡੇ ਸਪੁੱਤਰ ਬਾਬਾ ਪਿਰਥੀ ਜੀ ਤੇ ਗੁਰੂ ਚੱਕ ਦੀ ਜ਼ਮੀਨ ਵਿੱਚ ਖੂਹ ਲਵਾ ਕੇ ਜ਼ਮੀਨ ਆਬਾਦ ਕਰ ਦਿੱਤੀ, ਜਿਸ ਨਾਲ ਗੁਰੂ ਕਾ ਲੰਗਰ ਅਟੁੱਟ ਚੱਲਣ ਲੱਗਾ। ਜਦ ਇਸ ਤਰ੍ਹਾਂ ਮੋੜੀ ਗੱਡ ਕੇ ਕੋਠੇ ਪੈਣੇ ਅਤੇ ਤਾਲ ਦੀ ਪੁਟਾਈ ਸ਼ੁਰੂ ਹੋ ਗਈ ਅਤੇ ਲੋਕ ਆਣ ਕੇ ਵਸਣ ਲੱਗ ਪਏ, ਤਾਂ ਆਪ ਜੀ ਨੂੰ ਸਤਿਗੁਰੂ ਦੇ ਦਰਸ਼ਨਾਂ ਦੀ ਇੱਛਾ ਬਹੁਤ ਪ੍ਰਬਲ ਹੋ ਗਈ। ਆਪ ਜੀ 2-4 ਸਿੱਖਾਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਚੱਲ ਪਏ। ਜਦ ਆਪ ਜੀ ਸਤਿਗੁਰੂ ਜੀ ਨੂੰ ਸਾਰੇ ਕਾਰਜ ਦਾ ਬਿਉਰਾ ਸੁਣਾਇਆ ਤਾਂ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ। ਸ਼੍ਰੀ ਜੇਠਾ ਜੀ ਪਹਿਲਾਂ ਵਾਂਗ ਹੀ ਫਿਰ ਗੁਰੂ ਕੇ ਲੰਗਰ ਦੀ ਨਿਸ਼ਕਾਮ ਸੇਵਾ ਵਿੱਚ ਤਤਪਰ ਹੋ ਗਏ ਅਤੇ ਗੁਰੂ ਘਰ ਦਾ ਹੋਰ ਕਾਰ ਵਿਹਾਰ ਵੀ ਪਹਿਲਾਂ ਵਾਂਗ ਹੀ ਸੰਭਾਲ ਲਿਆ। ਬੀਬੀ ਭਾਨੀ ਜੀ ਵੀ ਵੱਧ ਚੜ੍ਹ ਕੇ ਗੁਰੂ ਪਿਤਾ ਜੀ ਦੀ ਸੇਵਾ ਟਹਿਲ ਵਿੱਚ ਰਹਿਣ ਲੱਗੇ। ਦੋਹਾਂ ਦੀ ਨਿਸ਼ਕਾਮ ਸੇਵਾ ਵੇਖ ਕੇ ਸ਼੍ਰੀ ਅਮਰਦਾਸ ਜੀ ਬੜੇ ਪ੍ਰਸੰਨ ਹੁੰਦੇ ਅਤੇ ਵਿਚਾਰ ਕਰਦੇ ਕਿ ਸ਼੍ਰੀ ਜੇਠਾ ਜੀ ਨੂੰ ਹੁਣ ਗੁਰਿਆਈ ਦੇਣ ਦਾ ਸਮਾਂ ਆ ਗਿਆ ਹੈ। ਇੱਕ ਦਿਨ ਸ਼੍ਰੀ ਗੁਰੂ ਅਮਰਦਾਸ ਜੀ ਨੇ ਸ਼੍ਰੀ ਜੇਠਾ ਜੀ ਨੂੰ ਆਪਣੇ ਪਾਸ ਬਿਠਾਲ ਕੇ ਦੱਸਿਆ ਕਿ ਸਤਯੁਗ ਵਿੱਚ ਇਸ ਸਮੇਂ ਅਯੋਧਿਆ ਦੇ ਪਹਿਲੇ ਰਾਜੇ ਇਕਵਾਕੂ ਨੇ ਇਸ ਸਥਾਨ ਬੜਾ ਭਾਰੀ ਯੱਗ ਕੀਤਾ ਸੀ। ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ ਆਦਿ ਤੋਂ ਲੈ ਕੇ ਇੰਦਰ ਅਤੇ ਹੋਰ ਮੰਡਲਾਂ ਦੇ ਸਭ ਦੇਵਤੇ, ਰਿਸ਼ੀ ਮੁਨੀ ਇਸ ਯੱਗ ਵਿੱਚ ਆਏ। ਜਦ ਯੱਗ ਸੰਪੂਰਨ ਹੋਇਆ ਤਾਂ ਰਾਜੇ ਦਾ ਪ੍ਰੇਮ ਤੇ ਸ਼ਰਧਾ ਵੇਖ ਕੇ ਸਾਰੇ ਦੇਵਤੇ ਬੜੇ ਪ੍ਰਸੰਨ ਹੋਏ ਅਤੇ ਵਿਸ਼ਨੂੰ ਨੇ ਰਾਜੇ ਨੂੰ ਵਰ ਮੰਗਣ ਵਾਸਤੇ ਕਿਹਾ। ਦੇਵਤਿਆਂ ਦੀ ਪ੍ਰਸੰਨਤਾ ਉੱਪਰ ਇਕਵਾਕੂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ, ਜੇ ਕਿਰਪਾਲੂ ਹੋਏ ਹੋ ਤਾਂ ਮੈਨੂੰ ਇਹ ਵਰ ਦਿਓ ਕਿ ਇਸ ਹਵਨ ਕੁੰਡ ਦੇ ਸਥਾਨ ਉੱਤੇ ਇੱਕ ਤੀਰਥ ਹੋਵੇ ਜੋ ਸੰਸਾਰ ਦੇ ਜੀਵਾਂ ਦੇ ਪਾਪਾਂ ਦਾ ਨਾਸ਼ ਕਰਕੇ ਉਹਨਾਂ ਦੀ ਕਲਿਆਣ ਕਰਨ ਵਾਲਾ ਹੋਵੇ। ਤੁਹਾਡੇ ਵਾਸ ਸਦਾ ਇੱਥੇ ਹਵਨ ਕੁੰਡ ਦੇ ਚੁਫੇਰੇ 4 ਚੁਫੇਰੇ ਜਿਵੇਂ ਤੁਸੀਂ ਹੁਣ ਬੈਠੇ ਹੋ ਇਸ ਤਰ੍ਹਾਂ ਹੀ ਰਹੇ। ਰਾਜੇ ਦੀ ਇਹ ਬੇਨਤੀ ਸੁਣ ਕੇ ਸ਼੍ਰੀ ਵਿਸ਼ਨੂੰ ਭਗਵਾਨ ਜੀ ਬੜੇ ਪ੍ਰਸੰਨ ਹੋਏ ਅਤੇ ਕਿਹਾ, ਰਾਜਨ, ਤੂੰ ਇਹ ਵਰ ਸੰਸਾਰ ਦੇ ਜੀਵਾਂ ਦੇ ਭਲਾ ਵਾਸਤੇ ਮੰਗਿਆ ਹੈ। ਅਸੀਂ ਤੇਰੇ ਉੱਤੇ ਬੜੇ ਪ੍ਰਸੰਨ ਹਾਂ। ਹੁਣ ਇੱਥੇ ਇੱਕ ਬੜਾ ਭਾਰੀ ਤੀਰਥ ਪ੍ਰਗਟ ਹੋ ਕੇ ਕੁਝ ਸਮੇਂ ਉਪਰੰਤ ਛਪਣ ਹੋ ਜਾਵੇਗਾ ਅਤੇ ਮੁੜ ਕਲਯੁਗ ਵਿੱਚ ਪ੍ਰਗਟ ਹੋਏਗਾ ਅਤੇ ਬੇਅੰਤ ਜੀਵਾਂ ਦੀ ਕਲਿਆਣ ਕਰੇਗਾ। ਮੇਰੀ ਜੋਤੀ ਸਦਾ ਹੀ ਇੱਥੇ ਰਹੇਗੀ। ਇਹ ਸੁੰਦਰ ਤੇ ਕਲਿਆਣਕਾਰੀ ਪ੍ਰਸੰਗ ਸੁਣ ਕੇ ਸਾਰੀ ਸੰਗਤ ਬਹੁਤ ਪ੍ਰਸੰਨ ਹੋਈ ਅਤੇ ਸਭ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਇਸ ਤੀਰਥ ਨੂੰ ਛੇਤੀ ਪ੍ਰਗਟ ਕਰੋ। ਸ਼੍ਰੀ ਗੁਰੂ ਅਮਰਦਾਸ ਜੀ ਨੇ ਸੰਗਤ ਨੂੰ ਕਿਹਾ ਕਿ ਇਹ ਮਹਾਨ ਤੀਰਥ ਛੇਤੀ ਹੀ ਸ਼੍ਰੀ ਜੇਠਾ ਜੀ ਪਾਸੋਂ ਪ੍ਰਗਟ ਹੋਏਗਾ। ਹੁਣ ਇਸ ਦੇ ਪ੍ਰਗਟ ਹੋਣ ਦਾ ਸਮਾਂ ਆ ਗਿਆ ਹੈ।